एक ओंकार सच चैनल देख रहे श्रोतिਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਪੁਰਾਤਨ ਸਿੱਖ ਹਿਸਟਰੀ ਦਾ ਮਾਡਰਨ ਸਵਰੂਪ ਹੈ। ਇਹ ਜ਼ਰੂਰੀ ਕਨਸੈਪਟ ਇਸ ਲਈ ਹੈ ਕਿ ਆਮ ਤੌਰ ਤੇ ਸਵਾਲ ਕੀਤਾ ਜਾਂਦਾ ਹੈ ਕਿ ਜਦੋਂ ਅਸੀਂ ਸਿੱਖ ਇਤਿਹਾਸ ਬਾਰੇ ਸੁਣਦੇ ਹਾਂ, ਸਿੱਖ ਇਤਿਹਾਸ ਹੋ ਚੁੱਕੀਆਂ ਘਟਨਾਵਾਂ ਨੇ ਤੇ ਉਹ ਘਟਨਾਵਾਂ ਅੱਜ ਦੇ ਸਮੇਂ ਦੇ ਉੱਤੇ ਕਿੱਦਾਂ ਪ੍ਰਭਾਵ ਪਾਉਂਦੀਆਂ ਨੇ। ਜਦੋਂ ਤੀਕਰ ਅਸੀਂ ਇਹ ਦੋ ਗੱਲਾਂ ਨੂੰ ਰਿਲੇਟ ਨਹੀਂ ਕਰ ਪਾਉਂਦੇ, ਉਦੋਂ ਤੀਕਰ ਸਾਡੇ ਆਪਣੇ ਜੀਵਨ ਜਿਹੜੇ ਨੇ ਉਹਨਾਂ ਵਿੱਚ ਕੋਈ ਡਿਫਰੈਂਸ ਆਉਣਾ ਸ਼ੁਰੂ ਨਹੀਂ ਹੁੰਦਾ। ਮੈਂ ਇਸ ਗੱਲ ਦੀ ਸ਼ੁਰੂਆਤ ਇੱਥੋਂ ਕਰਨਾ ਚਾਹਾਂਗਾ ਕਿ ਸਾਖੀ ਇੱਕ ਸਾਖ ਹੈ, ਪੁਰਾਤਨ ਸਾਖ ਹੈ, ਹਾਮਾ ਭਰਦੀ ਹੈ ਉਸ ਸਮੇਂ ਦੀ ਜੋ ਸਮਾਂ ਕਦੇ ਵਾਪਰਿਆ ਸੀ ਅਤੇ ਵਾਪਰੇ ਹੋਏ ਸਮੇਂ ਨੂੰ ਆਪਣੇ ਨਾਲ ਰਿਲੇਟ ਕਰਨਾ, ਇਹੀ ਸਾਖੀ ਨੂੰ ਸਮਝਣ ਦਾ ਤਰੀਕਾ ਹੈ। ਇਹਨੂੰ ਅਗਰ ਅਸੀਂ ਇੰਗਲਿਸ਼ ਫਰੇਜ਼ ਦੇ ਨਾਲ ਸਮਝੀਏ ਤਾਂ ਇੱਕ ਫਰੇਜ਼ ਹੈ ਟਿਪ ਆਫ ਆਈਸਬਰਗ। what we are looking at is tip of iceberg। ਜਿੱਦਾਂ ਕੋਈ ਇਨਸਾਨ ਸਮੁੰਦਰ ਦੇ ਵਿੱਚ ਕੋਈ ਅਗਰ ਕਿਸ਼ਤੀ ਚਲਾ ਰਿਹਾ ਹੋਏ ਤੇ ਜਿਹੜਾ ਉਹ ਸੇਲਰ ਹੈ, ਜਿਹੜਾ ਕਿਸ਼ਤੀ ਚਲਾਉਣ ਵਾਲਾ ਹੈ, ਅਗਰ ਉਹ ਸਿਆਣਾ ਹੋਏਗਾ ਉਹਨੂੰ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਪਹਾੜ ਸਾਹਮਣੇ ਸਾਨੂੰ ਦਿਖ ਰਿਹਾ ਹੈ ਬਰਫ਼ ਦਾ, ਇਹ ਉੱਪਰ 10% ਹੈ, 90% ਪਾਣੀ ਦੇ ਥੱਲੇ ਹੋਏਗਾ। ਐਦਾਂ ਹੀ ਸਿੱਖ ਜਿਗਿਆਸੂ ਜੋ ਕਿ ਸਮਝਣਾ ਚਾਹੁੰਦਾ ਹੈ ਆਪਣੇ ਇਤਿਹਾਸ ਨੂੰ ਤੇ ਆਪਣੇ ਜੀਵਨ ਦੇ ਨਾਲ ਸੰਬੰਧ ਕਰਨਾ ਚਾਹੁੰਦਾ ਹੈ, ਉਹ ਉੱਪਰੋਂ ਇਤਿਹਾਸ ਨੂੰ ਨਹੀਂ ਦੇਖਦਾ। ਉਹ ਇਹ ਸਮਝ ਲੈਂਦਾ ਹੈ ਕਿ ਜੋ ਇਤਿਹਾਸ ਵਿੱਚ ਲਿਖੀਆਂ ਗਈਆਂ ਬਾਤਾਂ ਨੇ ਉਹ ਸਿਰਫ 10% ਨੇ, 90% ਇਤਿਹਾਸ ਉਸ ਖੁਲਾਸੇ ਦੇ ਵਿੱਚ ਪਿਆ ਜਿਹੜਾ ਸਾਡੇ ਸਿਮਰਨ ਦੀ ਜੁਗਤੀ ਦੇ ਵਿੱਚ ਸਾਡੇ ਕੋਲ ਆਏਗਾ। ਉਹ ਸਾਡੇ ਧਿਆਨ ਤੰਦਰਾਂ ਦੇ ਕੇਂਦਰਾਂ ਨੂੰ ਸਮਝਦਿਆਂ ਹੋਇਆ ਜਿਹੜਾ ਹੈ ਅੱਗੇ ਸਾਨੂੰ ਤੁਰਨਾ ਪੈਂਦਾ ਹੈ, ਤਾਂ ਜਾ ਕੇ ਸਾਨੂੰ ਇਤਿਹਾਸਿਕ ਪਰਿਪੇਖ ਸਮਝ ਆਉਂਦੇ ਨੇ। ਇੱਕ ਮੇਰੇ ਜੀਵਨ ਦੀ ਘਟਨਾ ਹੈ, ਗੁਰਮੁਖ ਪਿਆਰੇ ਜਿਨ੍ਹਾਂ ਨੇ ਮੈਨੂੰ ਇਸ ਅਧਿਆਤਮਕਤਾ ਵੱਲ ਲਾਇਆ। ਜਿਨ੍ਹਾਂ ਦਿਨਾਂ ਵਿੱਚ ਮੈਂ ਆਪਣੇ ਕਾਰਜ ਦੇ ਵਿੱਚ ਸਟਰਗਲ ਕਰ ਰਿਹਾ ਸਾਂ, ਮੈਨੂੰ ਉਹਨਾਂ ਨੇ ਇੱਕ ਬੰਦੇ ਦੇ ਨਾਲ ਲਾਇਆ, ਕਿਉਂਕਿ ਮੈਂ ਮਕੈਨੀਕਲ ਇੰਜੀਨੀਅਰ ਹਾਂ। ਮੈਨੂੰ ਕਹਿਣ ਲੱਗੇ ਕਿ ਤੁਸੀਂ ਗੱਡੀਆਂ ਜਿਹੜੀਆਂ ਨੇ ਟੋਟਲ ਲੋਸ ਵਾਲੀਆਂ ਇੰਸ਼ੋਰੈਂਸ ਦੀ ਗੱਡੀਆਂ ਰਿਪੇਅਰ ਕਰਨ ਦਾ ਕੰਮ ਕਰੋ, ਤੁਹਾਨੂੰ ਇਹ ਵਾਧਾ ਦੇਗੀ। ਜਿਹੜੇ ਬੰਦੇ ਦੇ ਨਾਲ ਲਾਇਆ ਉਹ ਥੋੜਾ ਤੇਜ਼ ਤਰਾਰ ਸੀ, ਜਿਹਦੇ ਅੰਦਰ ਚਲਾਕੀ ਸੀ, ਜੋ ਕਿ ਸਮਾਜਿਕ ਕਾਰ ਵਿਹਾਰ ਦੇ ਵਿੱਚ ਜ਼ਿਆਦਾ ਰੁਚਿਆ ਹੋਇਆ ਸੀ। ਤੇ ਕਰਦੇ ਕਰਾਉਂਦੇ ਮੈਨੂੰ ਲਾਸ ਹੋਇਆ। ਉਸ ਗੱਡੀ ਨੂੰ ਕੱਢਣ ਲੱਗਿਆ 1.25 ਲੱਖ ਰੁਪਏ ਦੇ ਕਰੀਬ। ਮੈਂ ਕਹਿਣ ਲੱਗਿਆ ਕਿ ਭਾਈ ਸਾਹਿਬ ਜੀ, ਤੁਹਾਨੂੰ ਪਤਾ ਸੀ ਉਹ ਬੰਦਾ ਤੇਜ਼ ਆ, ਤੁਹਾਨੂੰ ਪਤਾ ਸੀ ਕਿ ਉਸ ਬੰਦੇ ਨੇ ਮੈਨੂੰ ਲੁੱਟ ਲੈਣਾ, ਫਿਰ ਵੀ ਤੁਸੀਂ ਮੈਨੂੰ ਉਹਦੇ ਨਾਲ ਕਿਉਂ ਲਾਇਆ? ਤੇ ਮੈਨੂੰ ਕਹਿਣ ਲੱਗੇ, ਭੋਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਪਠਾਨ ਰੱਖੇ ਸਨ। ਜਿਹੜਾ ਘਟ ਕੇ ਅੰਤਰ ਦੀ ਜਾਣਨ ਵਾਲਾ ਹੈ, ਉਹਨੂੰ ਨਹੀਂ ਸੀ ਪਤਾ ਵੀ ਪਠਾਨਾਂ ਨੇ ਭੱਜ ਜਾਣਾ, ਤੇ ਉਹਨਾਂ ਨੇ ਸਿੰਘਾਂ ਨੂੰ ਉਹਨਾਂ ਦੇ ਨਾਲ ਕਿਉਂ ਲਾਇਆ? ਜਿਗਿਆਸਾ ਵਿੱਚ ਮੈਂ ਸਵਾਲ ਕੀਤਾ ਕਿ ਭਾਈ ਸਾਹਿਬ ਜੀ, ਮੈਨੂੰ ਗੱਲ ਸਮਝ ਨਹੀਂ ਆਈ, ਮੈਨੂੰ ਦੁਬਾਰਾ ਸਮਝਾਇਓ। ਔਰ ਫਿਰ ਮੈਨੂੰ ਸਮਝਾਉਣ ਲੱਗੇ ਕਿ ਬੇਟਾ, ਤੈਨੂੰ ਇਹੀ ਸਮਝਾਉਣਾ ਸੀ, ਇਤਿਹਾਸ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਦੇ ਅਗਰ ਡੂੰਘੇ ਪੱਧਰ ਤੇ ਜਾ ਕੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ, ਉਹ ਸਾਖੀ, ਉਹ ਘਟਨਾ ਤੁਹਾਡੇ ਜੀਵਨ ਤੇ ਪ੍ਰਭਾਵ ਪਾਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਹ ਸੇਧ ਦੇਣਾ ਸ਼ੁਰੂ ਕਰ ਦੇਗੀ। ਜਿਸ ਤਰ੍ਹਾਂ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਪੀਰ ਬੁੱਧੂ ਸ਼ਾਹ ਜੀ ਦੇ ਕਹਿਣ ਤੇ 500 ਪਠਾਨ ਰੱਖੇ ਗਏ। ਉਹ ਪਠਾਨ ਯੁੱਧ ਨੀਤੀ ਦੇ ਵਿੱਚ ਕੁਸ਼ਲ ਸਨ ਤੇ ਸਿੱਖਾਂ ਦੀ ਹਲੇ ਪ੍ਰੈਕਟਿਸ ਚੱਲ ਰਹੀ ਸੀ। ਤੇ ਪ੍ਰੈਕਟਿਸ ਕਦੇ ਆਪਸ ਦੇ ਵਿੱਚ ਕੀਤੀ ਜਾਏ ਤੇ ਫਿਰ ਇਹ ਨਹੀਂ ਪਤਾ ਲੱਗਦਾ ਕਿ ਤਕੜਾ ਕੌਣ ਹੈ। ਤੇ ਗੁਰੂ ਸਾਹਿਬ ਨੇ ਉਹ ਪਠਾਨ ਰੱਖੇ ਜਿਹੜੇ ਯੁੱਧ ਨੀਤੀ ਦੇ ਵਿੱਚ ਕੁਸ਼ਲ ਸਨ, ਜਿਹੜੇ ਮੁਗਲਿਆ ਹਕੂਮਤ ਦੀਆਂ ਤਰੀਕੇ ਜਾਣਦੇ ਸਨ, ਜਿਹੜੇ ਹਕੂਮਤਾਂ ਨਾਲ ਲੜਾਈ ਕਰਨ ਦੇ ਤਰੀਕੇ ਜਾਣਦੇ ਸਨ। ਉਹਨਾਂ ਦੇ ਨਾਲ ਸਿੱਖਾਂ ਦੀ ਪ੍ਰੈਕਟਿਸ ਕਰਾਈ ਗਈ ਤੇ ਜਦੋਂ ਪ੍ਰੈਕਟਿਸ ਹੋਈ, ਮੌਕੇ ਦੇ ਉੱਤੇ ਉਹ ਭੱਜ ਗਏ। ਤੇ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਮੇਰਾ ਖਾਲਸਾ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਲੜੇਗਾ। ਇਹਨਾਂ ਨੂੰ ਪਤਾ ਹੈ ਕਿ ਦੁਸ਼ਮਣ ਦੇ ਵਿੱਚ ਜਿਹੜੇ ਪਠਾਨ ਬੈਠੇ ਹੋਏ ਨੇ, ਉਹ ਪਠਾਨਾਂ ਦੇ ਨਾਲ ਕਿੱਦਾਂ ਲੜਿਆ ਜਾਂਦਾ, ਉਹਨਾਂ ਨਾਲ ਪ੍ਰੈਕਟਿਸ ਪਹਿਲਾਂ ਹੀ ਕੀਤੀ ਹੋਈ ਹੈ। ਸੋ ਇਹ ਮਾਡਰਨ ਤਰੀਕੇ ਦੇ ਨਾਲ ਉਸ ਇਤਿਹਾਸ ਨੂੰ ਸਮਝਣ ਦਾ ਇੱਕ ਢੰਗ ਸੀ। ਉੱਥੋਂ ਮੇਰੇ ਵਿੱਚ ਇਹ ਜਿਗਿਆਸਾ ਪੈਦਾ ਹੋਈ ਕਿ ਕੀ ਜੋ ਵੀ ਸਾਖੀ ਜਾਂ ਜੋ ਵੀ ਇਤਿਹਾਸ ਅਸੀਂ ਪੜ੍ਹਦੇ ਹਾਂ,
ਉਹਨੂੰ ਉਦਾਂ ਹੀ ਪੜ੍ਹਿਆ ਜਾਏ ਜਿੱਦਾਂ ਜਿੱਦਾਂ ਲਿਖਿਆ ਹੈ, ਜਾਂ ਉਹਦੇ ਗੂੜ ਭੇਦਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ। ਬਹੁਤ ਸਾਰੇ ਐਸੇ ਭੇਦ ਸਨ ਜਿਨ੍ਹਾਂ ਨੂੰ ਮੈਂ ਫਿਰ ਸਮਝਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ ਕੁਝ ਨੇ ਕਿ ਮੈਨੂੰ ਵੱਖਰੇ ਵੱਖਰੇ ਸਿੰਬਲ ਮਿਲਣੇ ਸ਼ੁਰੂ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਥਾਨ ਹੈ ਫਲੋਰ ਦੀ ਧਰਤੀ ਤੇ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ। ਜਦੋਂ ਸਤਿਗੁਰਾਂ ਨੇ ਘੋੜੇ ਦੇ ਉੱਤੇ ਚੜ੍ਹਨਾ ਕੀਤਾ ਤੇ ਘੋੜੇ ਦੀ ਰਕਾਬ ਟੁੱਟ ਗਈ। ਸਾਖੀ ਇੰਨੀ ਹੈ ਤੇ ਸਿੱਖ ਨੇ ਉਸ ਵੇਲੇ ਹੱਥ ਕੀਤਾ ਤੇ ਮੋਢੇ ਦੇ ਉੱਤੇ ਸਤਿਗੁਰ ਦੇ ਚਰਨ ਰਖਾਏ ਤੇ ਸਤਿਗੁਰੂ ਜੀ ਨੇ ਘੋੜੇ ਤੇ ਚੜ੍ਹਨਾ ਕੀਤਾ। ਇਹ ਸਾਖੀ ਮੁਕੰਮਲ ਹੋ ਗਈ ਜੋ ਸਾਡੇ ਇਤਿਹਾਸਿਕ ਸਰੋਤਾਂ ਵਿੱਚ ਲਿਖੀ ਹੈ। ਪਰ ਜਦੋਂ ਇਹਦੀ ਗਹਿਰਾਈ ਵਿੱਚ ਜਾ ਕੇ ਸਮਝਣਾ ਸ਼ੁਰੂ ਕੀਤਾ ਤੇ ਰਕਾਬ ਔਰ ਘੋੜਾ ਆਪਣੇ ਆਪ ਦੇ ਵਿੱਚ ਇੱਕ ਸਿੰਬਲ ਨੇ। ਮਾਈਥੋਲੋਜੀਕਲ ਸਰਵੇਸ ਦੇ ਨਾਲ ਪਤਾ ਲੱਗਦਾ ਹੈ ਘੋੜਾ ਜਿੱਥੇ ਜਿੱਥੇ ਆਉਂਦਾ ਉੱਥੇ ਉੱਥੇ ਪਾਵਰ ਦਾ ਪ੍ਰਗਟਾਵਾ ਹੁੰਦਾ। ਰਕਾਬ ਦਾ ਮਤਲਬ ਹੈ ਉਸ ਪਾਵਰ ਨੂੰ ਸੰਭਾਲਣ ਵਾਲਾ, ਉਸ ਯੁੱਗ ਦੇ ਪ੍ਰਗਟਾਵੇ ਨੂੰ ਸੰਭਾਲਣ ਵਾਲਾ ਇੱਕ ਸਿੰਬਲ। ਕਿਉਂਕਿ ਗੁਰੂ ਦਾ ਰਕਾਬ ਹੋਏ, ਗੁਰੂ ਦਾ ਘੋੜਾ ਹੋਏ ਤੇ ਗੁਰੂ ਦੀ ਪਲਕ ਝਪਕਣ ਦੇ ਵਿੱਚ ਕਿਆਮਤ ਵਾਪਰ ਜਾਂਦੀ ਹੈ। ਗੁਰੂ ਕੋਈ ਇਤਨਾ ਛੋਟਾ ਜਿਹਾ ਬੰਦਾ ਨਹੀਂ ਹੈ, ਇਨਸਾਨੀ ਰੁਤਬਾ ਨਹੀਂ ਹੈ ਕਿ ਇਨਸਾਨੀ ਜਾਮੇ ਦੇ ਵਿੱਚ ਗੁਰੂ ਜਿਹੜਾ ਹੈ ਉਹ ਆਏ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਪਲਕ ਝਪਕਣ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਵੱਡੀ ਕਿਆਮਤ ਵਾਪਰ ਜਾਇਆ ਕਰਦੀ ਹੈ। ਜਦੋਂ ਇਹ ਗੱਲ ਸਮਝ ਆਈ ਫਿਰ ਸਮਝਿਆ ਕਿ ਉਸ ਥਾਂ ਦੇ ਉੱਤੇ ਹਜ਼ਾਰਾਂ ਸਾਲਾਂ ਤੋਂ ਜੋਗੀ ਰਹਿੰਦੇ ਸਨ। ਜੋਗੀਆਂ ਦਾ ਇੱਕ ਯੁੱਗ ਫਲੋਰ ਦੇ ਵਿੱਚ ਚਲਿਆ ਕਰਦਾ ਸੀ। ਉੱਥੇ ਸਿੱਧਾਂ ਦੀਆਂ ਨਾਥਾਂ ਦੀਆਂ ਸੰਪਰਦਾਵਾਂ ਚੱਲਦੀਆਂ ਸਨ। ਜਦੋਂ ਸਤਿਗੁਰੂ ਜੀ ਨੇ ਉੱਥੋਂ ਜਾਣਾ ਕੀਤਾ, ਰਕਾਬ ਟੁੱਟੀ। ਭਾਵ ਇਹ ਕਿ ਉੱਥੇ ਪੁਰਾਤਨ ਰਵਾਇਤਾਂ ਟੁੱਟੀਆਂ ਤੇ ਨਵੀਂ ਰਵਾਇਤ ਦਾ ਚੱਲਣਾ ਹੋਇਆ। ਇਹ ਹੈ ਸਾਖੀ ਨੂੰ ਮਾਡਰਨ ਢੰਗ ਦੇ ਨਾਲ ਸਮਝਣ ਦਾ ਤਰੀਕਾ। ਤੇ ਜਦੋਂ ਨਵੀਂ ਰਵਾਇਤ ਨੂੰ ਸਮਝਣਾ ਸੀ ਤੇ ਉੱਥੇ ਨਿਮਾਣੇ ਹੋ ਕੇ ਹੀ ਤੁਰਿਆ ਜਾ ਸਕਦਾ ਸੀ। ਤਾਂ ਹੀ ਸਿੱਖ ਨੇ ਨਿਮਾਣੇ ਹੋ ਕੇ ਹੱਥ ਕੀਤਾ ਤੇ ਮੋਢੇ ਦੇ ਉੱਤੇ ਸਤਿਗੁਰਾਂ ਦੇ ਚਰਨ ਰੱਖ ਕੇ ਘੋੜੇ ਤੇ ਚੜਾਉਣਾ ਕੀਤਾ। ਉੱਥੋਂ ਫਿਰ ਇੱਕ ਨਵਾਂ ਯੁੱਗ ਜਿਹੜਾ ਹੈ ਵਾਪਰਿਆ। ਏਦਾਂ ਬਹੁਤ ਸਾਰੀਆਂ ਘਟਨਾਵਾਂ ਨੇ। ਜਦੋਂ ਤੀਕਰ ਅਸੀਂ ਸਿੰਬੋਲਿਜ਼ਮ ਨਹੀਂ ਸਮਝਦੇ, ਜਦੋਂ ਤੀਕਰ ਅਸੀਂ ਮਾਈਥੋਲੋਜੀਕਲ ਇਤਿਹਾਸਿਕ ਸਰਵੇਖਣ ਨੂੰ ਨਹੀਂ ਸਮਝਦੇ, ਮਿੱਥ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਤੇ ਕਈਆਂ ਹੋਈਆਂ ਘਟਨਾਵਾਂ ਨਹੀਂ ਸਮਝਦੇ, ਔਰ ਕਹਿਣ ਸੁਣਨ ਦੇ ਵਿੱਚ ਆਉਣ ਵਾਲੇ ਅੱਖਰਾਂ ਨੂੰ ਨਹੀਂ ਸਮਝਦੇ, ਉਦੋਂ ਤੀਕਰ ਇਤਿਹਾਸ ਨੂੰ ਸਮਝਣਾ ਥੋੜਾ ਔਖਾ ਹੋ ਜਾਂਦਾ ਹੈ। ਸੋ ਇਹ ਕੁਝ ਕੁ ਐਗਜ਼ਾਮਪਲ ਨੇ ਜਿਹੜੇ ਐਗਜ਼ਾਮਪਲਸ ਦੇ ਨਾਲ ਮੈਂ ਤੁਹਾਨੂੰ ਸਮਝਾਉਣਾ ਕੀਤਾ। ਜਿੱਦਾਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ, ਕਿੰਨੇ ਵੱਡੇ ਵੱਡੇ ਐਗਜ਼ਾਮਪਲ ਨੇ। ਅੱਜ ਅਸੀਂ ਮਾਈਕ ਅੱਗੇ ਬੋਲਣ ਤੋਂ ਡਰਦੇ ਹਾਂ, ਸਟੇਜ ਤੇ ਸਾਨੂੰ ਬੋਲਣ ਵਾਸਤੇ ਕਿਹਾ ਜਾਏ ਔਖਾ ਲੱਗਦਾ ਹੈ। ਪਰ ਸਿੱਖ ਬੱਚੇ ਜੋ ਗੁਰੂ ਘਰ ਨਾਲ ਜੁੜੇ ਨੇ, ਜਿਨ੍ਹਾਂ ਦੇ ਮਾਤਾ ਪਿਤਾ ਉਹਨਾਂ ਨੂੰ ਗੁਰਬਾਣੀ ਕੰਠ ਕਰਾਉਂਦੇ ਨੇ ਜਾਂ ਉਹਨਾਂ ਨੂੰ ਇੱਕ ਅਭਿਆਸ ਕਰਾਉਂਦੇ ਨੇ ਕਿ ਉਹ ਸਟੇਜਾਂ ਤੇ ਆਉਣ ਤੇ ਕੁਛ ਨਾ ਕੁਛ ਬੋਲਣ, ਜਾਣ ਕੇ ਹੈਰਾਨ ਹੋਵੋਗੇ ਕਿ ਬਹੁਤ ਸਾਰੇ ਐਸੇ ਬੱਚੇ ਜੋ ਕਦੇ ਕੀਰਤਨ ਨਾਲ ਜੁੜੇ ਸਨ, ਕਦੇ ਕਥਾ ਨਾਲ ਜੁੜੇ ਸਨ, ਕਦੇ ਲੈਕਚਰ ਨਾਲ ਜੁੜੇ ਸਨ, ਸਟੇਜਾਂ ਦੇ ਉੱਤੇ ਸੋਹਣਾ ਬੋਲਣ ਵਾਲੇ ਬੱਚੇ ਆਪਣੇ ਪ੍ਰੋਫੈਸ਼ਨਲ ਫੀਲਡਸ ਦੇ ਵਿੱਚ ਵੀ ਅੱਛੇ ਸਪੀਕਰ ਬਣਦੇ ਨੇ, ਅੱਛੇ ਵਕਤਾ ਬਣਦੇ ਨੇ ਤੇ ਉਹਨਾਂ ਦੇ ਰੁਤਬੇ ਜਿਹੜੇ ਨੇ ਵੱਡੇ ਹੋ ਜਾਇਆ ਕਰਦੇ ਨੇ। ਇੱਕ ਛੋਟੀ ਜਿਹੀ ਗੱਲ ਹੈ, ਅਸੀਂ ਸੇਵਾ ਕਰਦੇ ਹਾਂ, ਝਾੜੂ ਮਾਰਦੇ ਹਾਂ ਤੇ ਸਾਨੂੰ ਇਹ ਲੱਗਦਾ ਵੀ ਅਸੀਂ ਝਾੜੂ ਮਾਰ ਰਹੇ ਹਾਂ, ਪਰ ਗੁਰਮੁਖ ਪਿਆਰੇ ਕਹਿੰਦੇ ਸਨ ਵੀ ਇਹ ਝਾੜੂ ਨਹੀਂ ਹੈ, ਇਹ ਬੋਕਰ ਨਹੀਂ ਹੈ। ਇਸ ਬੋਕਰ ਨੂੰ ਇਉਂ ਸਮਝੋ, ਇਹ ਤੁਹਾਡੇ ਮਨ ਦੇ ਅੰਦਰ ਫਿਰਦੀ ਪਈ ਹੈ। ਕਾਰਜ ਬਾਹਰ ਹੋ ਰਿਹਾ ਹੈ ਲੇਕਿਨ ਉਹਦਾ ਧਿਆਨ ਮਨ ਦੇ ਅੰਦਰ ਧਰਿਆ ਜਾਂਦਾ ਹੈ। ਸਿੱਖੀ ਦਾ ਕਨਸੈਪਟ ਹੀ ਇਹੀ ਹੈ, ਬਾਹਰ ਦੀ ਦੁਨੀਆ ਦੇ ਹਰ ਰੂਪ ਨੂੰ ਪ੍ਰਗਟ ਰੂਪ ਦੇ ਵਿੱਚ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਜਾਂਦਾ ਹੈ। ਬਾਹਰ ਸਰੀਰਿਕ ਰੂਪ ਦੀ ਖੇਡ ਚੱਲਦੀ ਹੈ ਐਂਡ ਟਾਈਮ ਐਂਡ ਸਪੇਸ ਤੋਂ ਬਾਹਰ ਹੋ ਕੇ ਮਨ ਦੇ ਵਿੱਚ ਜਿਹੜੀ ਹੈ ਜਿਗਿਆਸੂ ਦੀ ਖੇਡ ਚੱਲਦੀ ਹੈ। ਜਿਸ ਵੇਲੇ ਬਾਹਰ ਝਾੜੂ ਲੱਗੀ ਉਸਨੇ ਗੰਦ ਇਕੱਠਾ ਕੀਤਾ, ਪੱਤੇ ਇਕੱਠੇ ਕੀਤੇ ਜਾਂ ਹੋਰ ਵਾਪਰੀ ਹੋਈ ਮਿੱਟੀ ਇਕੱਠੀ ਕੀਤੀ। ਜਿਸ ਵੇਲੇ ਮਨ ਤੇ ਝਾੜੂ ਲੱਗੀ ਉਹਨੇ ਕਾਮ ਇਕੱਠਾ ਕੀਤਾ, ਕ੍ਰੋਧ ਇਕੱਠਾ ਕੀਤਾ, ਮੋਹ ਇਕੱਠਾ ਕੀਤਾ ਤੇ ਇੱਕ ਸਾਈਡ ਦੇ ਉੱਤੇ ਰੱਖ ਦਿੱਤਾ। ਜਿੱਦਾਂ ਅਸੀਂ ਭਾਂਡੇ ਮਾਂਜੇ, ਸੇਮ ਪ੍ਰਗਟਾਵਾ ਹੈ। ਝੂਠ ਲਿੱਤੀ, ਝੂਠ ਨੂੰ ਇੱਕ ਥਾਂ ਤੇ ਕੱਢ ਦਿੱਤਾ। ਉਸੇ ਵੇਲੇ ਸਿੱਖ ਸਮਝੇ ਕਿ ਮੈਂ ਆਪਣੇ ਮਨ ਦੀ ਝੂਠ ਨੂੰ ਇੱਕ ਥਾਂ ਤੇ ਕੱਢ ਦਿੱਤਾ। ਫਿਰ ਅੱਗੇ ਲਿਖਿਆ ਹੁੰਦਾ ਇੱਥੇ ਭਾਂਡੇ ਮਾਂਜੋ ਜੀ, ਉਸ ਨੂੰ ਰਗੜ ਰਗੜ ਕੇ ਮਾਂਜਿਆ ਜਾਂਦਾ। ਫਿਰ ਲਿਖਿਆ ਹੁੰਦਾ ਭਾਂਡੇ ਧੋਵੋ ਜੀ, ਫਿਰ ਉਸ ਨੂੰ ਧੋਤਾ ਜਾਂਦਾ। ਫਿਰ ਲਿਖਿਆ ਹੁੰਦਾ ਮਾਂਜੋ ਜੀ, ਫਿਰ ਲਿਖਿਆ ਹੁੰਦਾ ਧੋਵੋ ਜੀ, ਫਿਰ ਲਿਖਿਆ ਹੁੰਦਾ ਨਿਗਾਰੋ ਜੀ। ਜਦੋਂ ਨਿਗਾਰ ਲਈਦਾ ਫਿਰ ਉਸ ਨੂੰ ਮੁੱਦਾ ਕਰਕੇ ਰੱਖ ਦੇਈਦਾ, ਹਵਾ ਲਵਾਈ ਦੀ ਹੈ। ਔਰ ਯਕੀਨ ਜਾਣਿਓ
ਸਾਫ਼ ਸੁਥਰੇ ਹੋਏ ਭਾਂਡੇ ਨੂੰ ਵੀ ਜਦੋਂ ਅਸੀਂ 6 ਮਹੀਨੇ ਵਾਸਤੇ ਸਾਲ ਵਾਸਤੇ ਰੱਖ ਦਈਏ ਉਸ ਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ, ਉਸ ਨੂੰ ਫਿਰ ਮਾਂਜਣਾ ਪੈਂਦਾ। ਇਉਂ ਹੀ ਨਿਤਨੇਮ ਦਾ ਪ੍ਰਗਟਾਵਾ ਹੈ, ਰੋਜ਼ ਮਾਂਜਣਾ ਪੈਂਦਾ ਹੈ, ਰੋਜ਼ ਧੋਣਾ ਪੈਂਦਾ ਹੈ, ਰੋਜ਼ ਨਿਤਾਰਨਾ ਪੈਂਦਾ ਹੈ, ਤੇ ਜਦੋਂ ਫਿਰ ਵੀ ਬਾਹਰ ਕੱਢੋ ਫਿਰ ਨਿਤਨੇਮ ਨੂੰ ਕਰਕੇ ਆਪਣੇ ਮੰਜੇ ਥੱਲੇ ਚੋਟੇ ਮਾਰ ਕੇ ਸਾਨੂੰ ਤੁਰਨਾ ਪੈਂਦਾ। ਸੋ ਏਦਾਂ ਅਸੀਂ ਪੁਰਾਤਨ ਰੂਪ ਨੂੰ ਤੇ ਨਵੇਂ ਰੂਪ ਨੂੰ ਰਲਾ ਕੇ ਚੱਲ ਸਕਦੇ ਹਾਂ। ਤੁਰਦਿਆਂ ਫਿਰਦਿਆਂ ਸੇਵਾ ਕਰ ਸਕਦੇ ਹਾਂ, ਤੁਰਦਿਆਂ ਫਿਰਦਿਆਂ ਸਿਮਰਨ ਦੀਆਂ ਜੁਗਤਾਂ ਨੂੰ ਸਿੱਖ ਸਕਦੇ ਹਾਂ, ਲੇਕਿਨ ਇਹਦੇ ਲਈ ਸਾਨੂੰ ਸਮਰਪਿਤ ਹੋਣਾ ਪੈਂਦਾ ਹੈ, ਵਿਸ਼ਵਾਸ ਕਰਨਾ ਪੈਂਦਾ ਹੈ, ਗੁਰੂ ਦਾ ਹਾਸ਼ੀਆ ਕਰਨਾ ਪੈਂਦਾ ਹੈ, ਇੱਕ ਓਂਕਾਰ ਦੀ ਗੱਲ ਕਰਨੀ ਪੈਂਦੀ ਹੈ, ਸੱਚ ਦੀ ਗੱਲ ਕਰਨੀ ਪੈਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ